ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਕਲਾਸ ਦੇ ਵਿੱਚ ਆਪਾਂ ਕਲਾਸ ਨੰਬਰ 5 ਕਰਨੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੈਕਚਰ ਕੈਡਰ ਦਾ ਆਪਾਂ ਬੈਚ ਸ਼ੁਰੂ ਕੀਤਾ ਹੋਇਆ ਹੈ ਕਮਰਸ ਔਰ ਇਕਨੋਮਿਕਸ ਦੇ ਸਟੂਡੈਂਟਸ ਵਾਸਤੇ, ਜਿਹਦੇ ਵਿੱਚ ਆਪਾਂ ਕਾਮਨ ਯੂਨਿਟ ਸਟਾਰਟ ਕੀਤੀ ਹੈ ਮਾਈਕਰੋ ਇਕਨੋਮਿਕਸ। ਇਹਦੇ ਵਿੱਚ ਆਪਾਂ ਬੇਸਿਕਸ ਕਲਾਸਾਂ ਕਰ ਚੁੱਕੇ ਹਾਂ ਪਹਿਲੀਆਂ 4। ਹੁਣ ਅੱਜ ਅਸੀਂ ਕਰਨ ਜਾ ਰਹੇ ਹਾਂ ਕੰਜ਼ਿਊਮਰ ਇਕੁਇਲਿਬਰੀਅਮ। ਠੀਕ ਹੈ, ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਕੀ ਹੁੰਦਾ। ਉਹ ਮੋਸਟ ਇੰਪੋਰਟੈਂਟ ਲਾਅ ਹੈ ਜਿਹਦੇ ਵਿੱਚ ਉਹ MCQs ਬਣਦੇ ਹੁੰਦੇ ਹੈ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕੰਜ਼ਿਊਮਰ ਇਕੁਇਲਿਬਰੀਅਮ ਕੀ ਹੁੰਦਾ ਹੈ। ਹੁਣ ਦੇਖੋ, ਸਾਨੂੰ ਇਹ ਤਾਂ ਪਤਾ ਹੈ ਕੰਜ਼ਿਊਮਰ ਇਕੁਇਲਿਬਰੀਅਮ ਕੀ ਹੁੰਦਾ ਹੈ। ਉਹ ਸਟੇਟ, ਉਹ ਸਿਚੁਏਸ਼ਨ ਜਿੱਥੇ ਕੰਜ਼ਿਊਮਰ ਨੂੰ ਮੈਕਸੀਮਮ ਸੈਟਿਸਫੈਕਸ਼ਨ ਮਿਲ ਰਹੀ ਹੈ ਆਪਣੀ ਗਿਵਨ ਇਨਕਮ ਖਰਚ ਕਰਕੇ। ਮਤਲਬ ਉਹਦੀ ਜਿੰਨੀ ਲਿਮਿਟਿਡ ਇਨਕਮ ਹੈ ਉਹ ਪੈਸਾ ਖਰਚ ਕਰਕੇ, ਅਗਰ ਉਹਨੇ 10 ਰੁਪਏ, ਮੰਨ ਲਓ ਉਹਦੀ ਗਿਵਨ ਇਨਕਮ 100 ਰੁਪਏ ਹੈ, ਮਤਲਬ ਉਹਦੀ ਇਨਕਮ 100 ਰੁਪਏ ਹੈ, ਉਹਨੇ ਉਹ 10 ਰੁਪਏ ਖਰਚੇ ਬੈਗ ਦੇ ਉੱਤੇ, 10 ਰੁਪਏ ਖਰਚੇ ਉਹਨੇ ਡਰੈਸ ਦੇ ਉੱਤੇ, 10 ਰੁਪਏ ਖਰਚੇ ਉਹਨੇ ਨੈਸੈਸਿਟੀ ਕੋਈ ਵੀ ਚੀਜ਼ ਖਰੀਦੀ, ਉਹਨੇ ਫੂਡ ਵਗੈਰਾ ਕੁਛ ਵੀ, ਤਾਂ ਮਤਲਬ ਉਹਨੇ ਜਿੱਤੇ ਵੀ ਆ 100 ਰੁਪਇਆ ਲਗਾਇਆ। ਠੀਕ ਹੈ, ਡਿਵਾਈਡ ਕਰਕੇ ਇਹ ਵਾਲੀ ਚੀਜ਼ 'ਤੇ ਇੰਨਾ, ਇਹ ਵਾਲੀ ਚੀਜ਼ 'ਤੇ ਇੰਨਾ, ਉਹਨੂੰ ਉਸ ਤੋਂ ਮੈਕਸੀਮਮ ਸੈਟਿਸਫੈਕਸ਼ਨ ਮਿਲੀ। ਉਹੀ ਸਾਡਾ ਕੰਜ਼ਿਊਮਰ ਇਕੁਇਲਿਬਰੀਅਮ ਹੈ। ਠੀਕ ਹੈ, ਪਰ ਹੁਣ ਇਸ ਚੈਪਟਰ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਇਹ ਬਣਦਾ ਹੈ ਕਿ ਕੰਜ਼ਿਊਮਰ ਆਪਣੀ ਪਰਚੇਜ਼ ਨੂੰ ਕਦੋਂ ਰੋਕੇਗਾ। ਮਤਲਬ ਉਹਨੂੰ ਕਿੱਥੋਂ ਪਤਾ ਲੱਗੇਗਾ ਕਿੰਨੀ ਯੂਨਿਟ ਖਰੀਦ ਕੇ ਉਹਨੂੰ ਮੈਕਸੀਮਮ ਸੈਟਿਸਫੈਕਸ਼ਨ ਹੋਈ। ਠੀਕ ਹੈ, ਕਿ ਉਹ ਹੁਣ ਅਗਰ ਉਹ ਇੱਕ ਮੰਨ ਲੈਂਦੇ ਹਾਂ ਆਪਾਂ, ਇੱਕ ਚੀਜ਼, ਇੱਕ ਯੂਨਿਟ ਖਰੀਦੀ, ਠੀਕ ਹੈ, ਦੂਜੀ ਯੂਨਿਟ ਖਰੀਦੀ, ਤੀਜੀ ਯੂਨਿਟ ਖਰੀਦੀ, ਚੌਥੀ ਖਰੀਦੀ, ਉਹਨੂੰ ਕਿੱਥੇ ਰੁਕਣਾ, ਉਹਨੂੰ ਕਿੱਦਾਂ ਪਤਾ ਕੰਜ਼ਿਊਮਰ ਨੂੰ ਕਿ ਉਹਨੇ ਕਿੱਥੇ ਰੁਕਣਾ, ਕਿਸ ਪੁਆਇੰਟ 'ਤੇ ਜਾ ਕੇ ਉਹਨੂੰ, ਕਿਸ ਯੂਨਿਟ 'ਤੇ ਜਾ ਕੇ ਮੈਕਸੀਮਮ ਸੈਟਿਸਫੈਕਸ਼ਨ ਹੋਈ। ਅੱਜ ਅਸੀਂ ਉਹ ਦੇਖਣਾ, ਉਹਦੇ ਰਿਲੇਟਿਡ ਅਸੀਂ ਕੰਜ਼ਿਊਮਰ ਇਕੁਇਲਿਬਰੀਅਮ ਪੜ੍ਹਾਂਗੇ। ਇਹੀ ਚੀਜ਼ ਇੱਥੇ ਲਿਖੀ ਹੈ ਮੈਂ। ਨਾਓ ਵੀ ਐਡਰੈਸ ਦਾ ਬੇਸਿਕ ਕੁਐਸਚਨ ਆਫ ਦਿਸ ਚੈਪਟਰ, ਕਿ ਆਪਾਂ ਇਸ ਚੈਪਟਰ ਦਾ ਬੇਸਿਕ ਕੁਐਸਚਨ ਪੜ੍ਹਨ ਜਾ ਰਹੇ ਹਾਂ ਕਿ ਹਾਊ ਮਚ ਆਫ ਦ ਕੋਮੋਡਿਟੀ ਅ ਕੰਜ਼ਿਊਮਰ ਬਾਏ, ਕਿ ਉਹ ਕੋਮੋਡਿਟੀ ਨੂੰ ਕਿੰਨਾ ਬਾਏ ਕਰੇ ਕਿ ਉਹਨੂੰ ਮੈਕਸੀਮਮ ਸੈਟਿਸਫੈਕਸ਼ਨ ਮਿਲੇ ਤਾਂ ਉਹ ਇਕੁਇਲਿਬਰੀਅਮ ਦੀ ਸਟੇਟ ਦੇ ਵਿੱਚ ਆ ਜਾਏ। ਇਹੀ ਚੀਜ਼ ਪੰਜਾਬੀ ਦੇ ਵਿੱਚ ਲਿਖੀ ਹੈ, ਤੁਸੀਂ ਰੀਡ ਕਰ ਸਕਦੇ ਹੋ। ਅਤੇ ਇਸੇ ਸਿਚੁਏਸ਼ਨ ਨੂੰ ਆਪਾਂ, ਇਸ ਚੀਜ਼ ਨੂੰ 2 ਸਿਚੁਏਸ਼ਨਸ ਦੇ ਅਕੋਰਡਿੰਗ ਪੜ੍ਹਾਂਗੇ। ਠੀਕ ਹੈ, ਡਿਫਰੈਂਟ ਸਿਚੁਏਸ਼ਨਸ ਦੇ ਅਕੋਰਡਿੰਗ ਪੜ੍ਹਾਂਗੇ, 2 ਡਿਫਰੈਂਟ ਸਿਚੁਏਸ਼ਨ। ਕੱਲ੍ਹ ਮੈਂ ਬਰੀਫ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਪੜ੍ਹਾਂਗੇ ਸਿੰਗਲ ਕੋਮੋਡਿਟੀ ਕੇਸ ਦੇ ਵਿੱਚ, ਕਿ ਜਦੋਂ ਕੰਜ਼ਿਊਮਰ ਸਿਰਫ ਇੱਕੋ ਯੂਨਿਟ, ਇੱਕੋ ਕੋਮੋਡਿਟੀ ਨੂੰ ਬਾਏ ਕਰ ਰਿਹਾ। ਮਤਲਬ ਅਗਰ ਉਹ ਐਪਲ ਲੈ ਰਿਹਾ ਤਾਂ ਐਪਲ ਹੀ ਲੈ ਰਿਹਾ ਹੈ, ਅਗਰ ਉਹ ਬਨਾਨਾ ਲੈ ਰਿਹਾ ਤਾਂ ਉਹ ਬਨਾਨਾ ਹੀ ਲੈ ਰਿਹਾ ਹੈ, ਅਗਰ ਉਹ ਕੋਈ ਹੋਰ ਪਾਰਟੀਕੂਲਰ ਚੀਜ਼ ਲੈ ਰਿਹਾ ਤਾਂ ਉਹੀ ਉਹ ਚੀਜ਼ ਲੈ ਰਿਹਾ ਉਹ। ਠੀਕ ਹੈ, ਇਹ ਸਿੰਗਲ ਕੋਮੋਡਿਟੀ ਕੇਸ ਹੈ। ਬਟ ਅਗਰ ਉਹ 2-3 ਕੋਮੋਡਿਟੀਜ਼ ਇਕੱਠੀਆਂ ਲੈ ਰਿਹਾ, ਉਸ ਕੇਸ ਦੇ ਵਿੱਚ ਕੀ ਕਰਾਂਗੇ। ਠੀਕ ਹੈ, ਹੁਣ ਫਿਲਹਾਲ ਮੈਂ ਬਰੀਫ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ ਕਿ ਆਪਾਂ ਪੜ੍ਹਨਾ ਅੱਜ ਦੀ ਕਲਾਸ ਦੇ ਵਿੱਚ ਸਿੰਗਲ ਕੋਮੋਡਿਟੀ ਵਾਲਾ, ਕਿ ਜਦੋਂ ਇੱਕ ਕੰਜ਼ਿਊਮਰ ਸਿਰਫ ਇੱਕੋ ਹੀ ਗੁੱਡ ਪਰਚੇਜ਼ ਕਰ ਰਿਹਾ ਹੈ, ਉਦੋਂ ਉਹਦਾ ਇਕੁਇਲਿਬਰੀਅਮ ਆ ਕੇ ਕਿੱਥੇ ਰੁਕੇਗਾ, ਜਦੋਂ ਉਹਦਾ MUX ਇਕੁਅਲ ਹੋਏਗਾ PX ਦੇ। ਇਹ ਕੰਡੀਸ਼ਨ ਤੋਂ ਡਾਇਰੈਕਟ ਕੁਐਸਚਨ ਬਣਦੇ ਹੁੰਦੇ ਆ ਕਿ ਸਿੰਗਲ ਕੋਮੋਡਿਟੀ ਦੇ ਕੇਸ ਦੇ ਵਿੱਚ ਕੰਜ਼ਿਊਮਰ ਇਕੁਇਲਿਬਰੀਅਮ ਕਿੱਥੇ ਆਏਗਾ, ਇਸ ਸਿਚੁਏਸ਼ਨ ਦੇ ਵਿੱਚ ਆਏਗਾ, MUX ਇਜ਼ ਇਕੁਅਲਸ ਟੂ PX। ਮੈਂ ਸਮਝਾਉਣ ਨੂੰ ਸਿਰਫ ਇੰਨਾ ਸਮਝਾ ਸਕਦੀ ਹਾਂ, ਇੱਥੋਂ ਤੁਹਾਡਾ ਟੌਪਿਕ ਖਤਮ ਹੋ ਜਾਏਗਾ ਕਿ ਸਿੰਗਲ ਕੋਮੋਡਿਟੀ ਦੇ ਕੇਸ ਦੇ ਵਿੱਚ ਆਪਣਾ ਕੰਜ਼ਿਊਮਰ ਇਕੁਇਲਿਬਰੀਅਮ ਇਸ ਕੰਡੀਸ਼ਨ 'ਤੇ ਆਉਂਦਾ ਹੈ। ਪਰ ਬੱਚਿਆਂ ਨੂੰ ਇਹਦੇ ਪਿੱਛੇ ਦਾ ਲੌਜਿਕ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਕਿੱਦਾਂ ਇਹ ਚੀਜ਼ ਆਪਾਂ ਦੇਖਣੀ ਹੈ। ਤਾਂ ਉਹ ਚੀਜ਼ ਤੁਹਾਨੂੰ ਮੈਂ ਡਾਇਗਰਾਮੈਟਿਕਲੀ ਔਰ ਟੈਬੂਲਰ ਫੋਰਮ ਦੇ ਵਿੱਚ ਈਜ਼ੀ ਤਰੀਕੇ ਦੇ ਨਾਲ ਸਮਝਾਊਂਗੀ। ਹੁਣ ਦੇਖੋ, ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਕੰਜ਼ਿਊਮਰ ਇਕੁਇਲਿਬਰੀਅਮ ਇਸ ਸਟੇਟ ਦੇ ਉੱਤੇ ਆਏਗਾ, ਪਰ ਇਹ ਆਪਾਂ ਦੇਖਣਾ ਕਿੱਦਾਂ ਹੈ। ਸਭ ਤੋਂ ਪਹਿਲਾਂ ਆਪਾਂ ਹੀ ਕੇਸ ਪੜ੍ਹਨ ਜਾ ਰਹੇ ਹਾਂ ਸਿੰਗਲ ਕੋਮੋਡਿਟੀ ਵਾਲਾ। ਇੱਕੋ ਗੁੱਡ ਖਰੀਦ ਰਿਹਾ, ਉਹ ਅਗਰ ਐਪਲ ਖਰੀਦ ਰਿਹਾ ਤਾਂ ਐਪਲ ਹੀ, ਅਗਰ ਉਹ ਬਨਾਨਾ ਖਰੀਦ ਰਿਹਾ ਤਾਂ ਬਨਾਨਾ ਹੀ, ਅਗਰ ਕੋਈ ਹੋਰ ਪਾਰਟੀਕੂਲਰ ਚੀਜ਼ ਖਰੀਦ ਰਿਹਾ ਤਾਂ ਸਿਰਫ ਉਹੀ ਉਹ ਚੀਜ਼ ਖਰੀਦ ਰਿਹਾ। ਇਹ ਚੀਜ਼ ਉਹਦੀ ਪਰਚੇਸ 3 ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ। ਆਪਾਂ ਕੱਲ੍ਹ ਵੀ ਪੜ੍ਹਿਆ ਸੀ 3 ਫੈਕਟਰਸ ਕਿਹੜੇ ਹੈ। ਪ੍ਰਾਈਜ਼ ਆਫ ਦ ਕੋਮੋਡਿਟੀ, ਕਿ ਉਹ ਜਿਹੜੀ ਕੋਮੋਡਿਟੀ ਖਰੀਦ ਰਿਹਾ ਉਹਦਾ ਪ੍ਰਾਈਜ਼ ਕਿੰਨਾ ਹੈ। ਠੀਕ ਹੈ, ਮਤਲਬ ਜੇ ਉਹ ਐਪਲ ਖਰੀਦ ਰਿਹਾ ਤਾਂ ਉਹ ਐਪਲ ਦਾ ਪ੍ਰਾਈਜ਼ ਕਿੰਨਾ ਹੈ, 1 ਯੂਨਿਟ ਦਾ। ਦੂਜਾ ਮਾਰਜਨਲ ਯੂਟਿਲਿਟੀ, ਕਿ ਉਸ ਕੋਮੋਡਿਟੀ ਦੀ ਉਹਨੂੰ ਮਿਲਣ ਵਾਲੀ ਸੰਤੁਸ਼ਟੀ, ਉਸ ਤੋਂ ਮਿਲਣ ਵਾਲੀ ਖੁਸ਼ੀ ਉਹ ਕਿੰਨੀ ਹੈ। ਠੀਕ ਹੈ, ਤੀਜਾ ਮਾਰਜਨਲ ਯੂਟਿਲਿਟੀ ਆਫ ਮਨੀ। ਇਹਨਾਂ 3 ਫੈਕਟਰਸ 'ਤੇ ਸਾਡੀ ਕੰਜ਼ਿਊਮਰ ਦੀ ਪਰਚੇਸ ਡਿਪੈਂਡ ਕਰਦੀ ਹੈ ਸਿੰਗਲ ਕੋਮੋਡਿਟੀ ਦੇ ਕੇਸ ਦੇ ਵਿੱਚ। ਹੁਣ ਆਪਾਂ ਮੰਨ ਲੈਂਦੇ ਹਾਂ ਕਿ ਕੰਜ਼ਿਊਮਰ ਦੇ, ਕਿਉਂਕਿ ਆਪਾਂ ਮੰਨ ਕੇ ਪਿੱਛੇ ਆਪਾਂ ਬੇਸਿਕ ਐਜ਼ੰਪਸ਼ਨਸ ਪੜ੍ਹੀਆਂ ਕੰਜ਼ਿਊਮਰ ਇਕੁਇਲਿਬਰੀਅਮ ਦੀਆਂ ਲਾਸਟ ਕਲਾਸ ਦੇ ਵਿੱਚ। ਅਗਰ ਉਹਨਾਂ ਨੇ, ਜਿਨ੍ਹਾਂ ਨੇ ਉਹ ਕਲਾਸ ਨਹੀਂ ਦੇਖੀ ਹੈ ਤਾਂ ਉਹ ਕਲਾਸ ਦੇਖ ਲਓ, ਉਹਦੇ ਨਾਲ ਹੀ ਇੰਟਰ ਰਿਲੇਟਿਡ ਹੈ ਇਹ ਕਲਾਸ। ਆਪਾਂ ਉਹਦੇ ਵਿੱਚ ਪੜ੍ਹਿਆ ਸੀ ਕਿ ਮਾਰਜਨਲ ਯੂਟਿਲਿਟੀ ਆਫ ਮਨੀ ਕੌਨਸਟੈਂਟ ਰਹੇਗਾ, ਮਤਲਬ ਮਨੀ ਵਰਥ ਕੀ ਰਹੇਗੀ, ਕੌਨਸਟੈਂਟ ਰਹੇਗੀ। ਤਾਂ ਹੁਣ ਇਹੀ ਮੰਨ ਕੇ ਚੱਲ ਰਹੇ ਹਾਂ ਕਿ ਅਗਰ ਇੱਕ ਕੰਜ਼ਿਊਮਰ 1 ਰੁਪਇਆ ਖਰਚ ਰਿਹਾ ਤਾਂ ਉਹਨੂੰ ਉਸ ਤੋਂ ਮਿਲਣ ਵਾਲੀ ਖੁਸ਼ੀ ਕਿੰਨੀ ਹੋਏਗੀ, 2 ਯੂਟਿਲਸ ਦੀ। ਠੀਕ ਹੈ, ਇਹ ਫਿਕਸ ਰਹੇਗੀ।
ये चेंज नहीं होएगी, चाहे वो 1 यूनिट खरीदे, चाहे 2 खरीदे, चाहे 3 खरीदे, चाहे 4 खरीदे, ये फिक्स रहेगी। ठीक है कि अगर वो 1 रुपया खर्च कर रहा है तो 1 रुपये खर्च करके मनी तो उन्होंने 2 यूटिल्स की सैटिस्फैक्शन मिल रही है, वो संतुष्ट है 1 रुपया खर्च के, इन्ना। ठीक है, इन्ना संतुष्ट है 2 यूटिल्स। अगे मान लो, अगे आप मान लेंगे हाँ कि जड़ा एक्स है वो कॉमोडिटी बाय कर रहा है। ठीक है, लेट एक्स बी द कॉमोडिटी, एक्स वो कॉमोडिटी है जो कंज्यूमर बाय कर रहा है, पी एक्स वो कॉमोडिटी का प्राइस है जो कंज्यूमर बाय कर रहा है, वो आप मान लेंगे हाँ ₹4 पर यूनिट, कि 1 यूनिट का प्राइस ₹4 है। ये चीज़ आप पिछली क्लास के भी देखी सी कि आ सारा मेरे यूनिट्स है कि 1 यूनिट बाय कर रहे हैं तो 20 यूटिल्स मिल रही है, 2 यूनिट बाय कर रहे हैं तो 18 मान लेंगे एप्पल मान लेंगे कि एप्पल बाय कर रहा है, 1 यूनिट ऑफ एप्पल बाय करन ते उन्होंने 20 यूटिल्स मिल रही है, 2 यूनिट ऑफ एप्पल बाय करन ते उन्होंने मतलब 2 एप्पल खरीदन ते उन्होंने 18 यूटिल्स मिल रही हैं। ये साडी की है MUX, ये साडा की है MUX है। ठीक है, इत्ते तुहानूं नेचर पता लग रहा होगा, इत्ते लॉ ऑफ डिमिनिशिंग मार्जिनल यूटिलिटी अप्लाई हो रहा है, जिद्दां जिद्दां स्टैंडर्ड यूनिट बाय करता रहेगा, फिक्सड कमोडिटी बाय करता रहेगा, उद्दां उद्दां दी मार्जिनल यूटिलिटी डिक्रीज़ होंदी जाएगी। हुण आ जाओ कि आपां जिहड़ा मार्जिनल यूटिलिटी ऑफ एक्स है उन्होंने इन टर्म्स ऑफ मनी दे विच कढना है। जिहड़ी मैं तुहानूं कंडीशन दसी MUX इज इक्वल्स टू PX, ए वाला MUX है इन टर्म ऑफ रुपीज़, इन टर्म ऑफ रुपीज़, तो तुहानूं इनू इन टर्म ऑफ रुपीज़ कढना पेगा। हुण अगर 1 रुपये की वैल्यू 2 यूटिल्स है, मतलब 1 रुपया खर्च के उन्होंने 2 यूटिल्स मिल रही है, तो 20 यूटिल्स से उन्होंने कितना संतुष्टि, किन्ने रुपए की संतुष्टि मिलेगी, 10 रुपये की। कि अगर वो एक यूनिट ऑफ एप्पल लै रहा है तो उन्होंने 10 रुपये तक की यूटिलिटी मिल रही है, मतलब कि वो 10 रुपये जिन्नी चीज़ा लै सकता सी उस बराबर, उसके 10 रुपये के बराबर तक की उन्होंने खुशी मिल रही है 1 यूनिट लैके। ठीक है, इदा ही मान लो जिदा हुण उहदा 4 रुपये है, एप्पल का प्राइस कितना है, 4 रुपये पर यूनिट है, 4 रुपये पर यूनिट है। तो अगर वो 1 एप्पल खरीद रहा है 4 रुपये दे विच, पर उन्होंने संतुष्टि किस लैवल की मिल रही है, 10 रुपये की मिल रही है, कि 4 रुपये खर्च के उन्होंने संतुष्टि 10 रुपये की मिल रही है। इदा ही 2 एप्पल लै रहे तो 2 एप्पल किन्ने दे हो गए, 8 रुपये के, तो 8 रुपये दे विचों उन्होंने किन्ने पैसे की यूटिलिटी मिल रही है, 9 रुपये की, कि उन्होंने किस बराबर मिल रही है, 9 रुपये बराबर। मान लें एक एग्जाम्पल इस सिनेरियो नूं समझण वास्ते कि कोई शूज़ का पेयर है। ठीक है, एक ब्रांड वाला है, एक वो चीप कॉपी है। ठीक है, ब्रांड वाला 10,000 का है मान लें। ठीक है, तो जोड़ा चीप वाला वो तो 1000 रुपये के मिल रहा है। हुण तुहानूं ये 1000 रुपया खर्च करके 10,000 तक की लैवल वाली संतुष्टि मिलेगी। ठीक है, इनू ही आपां की बोलांगे इन टर्म्स ऑफ रुपीज़। समझ गए इस चीज़ नूं, ये चीज़ मैं की समझाना चाह रही हाँ कि जी MUX कट रहे हो इन टर्म्स ऑफ रुपीज़ के विच कट रहे हैं। इदा ही अगर वो 3 यूनिट खरीदता है तो उन्होंने 8 रुपये मिलती है, डिवाइड कर दोगे 20 नूं 2 नाल डिवाइड कर लोगे, जो आप मनी दी यूटिलिटी मनी सी। ठीक है, 2 यूटिल्स किनू मन्निया सी असीं, मनी दी यूटिलिटी नूं। 1 रुपये की यूटिलिटी कितनी मिल रही सी उन्होंने, 2 यूटिल्स की मिल रही सी। तो आ वाली चीज़ नूं मैं एक बारी पेन बदल देनी हाँ, जिहड़ा आ है MUX ये गुड दा है। ठीक है, ये उस कॉमोडिटी का मार्जिनल यूटिलिटी है, इनू तुसी 2 नाल डिवाइड कर दोगे तो तुहाडे कोल इन टर्म्स ऑफ मनी रुपीज़ दे विच आ जाएगी यूटिलिटी। ठीक है, हुण कंज्यूमर ने रुकना कित्थे, कित्थे उन्होंने मैक्सिमम सैटिस्फैक्शन मिलेगी, वो 1 यूनिट खरीदेगा, 2 खरीदेगा, 3 खरीदेगा, कित्थे रुके वो, कित्थे उन्होंने मैक्सिमम सैटिस्फैक्शन मिले। तो कंडीशन की सीगी MUX इज इक्वल्स टू PX। MUX कितना सीगा, सॉरी PX कितना है अपना 4 रुपये। तो 4 रुपये देखो MUX कित्थे आ रहा है, इस यूनिट ते, चौथी यूनिट ते। तो एक कंज्यूमर चौथी यूनिट ते आके रुक जाएगा, उस स्टेट दे विच ओह कंज्यूमर इक्विलिब्रियम दे विच होएगा। ठीक है, आई होप तुहानूं ये चीज़ क्लीयर है कि इस स्टेट दे विच ओह कंज्यूमर इक्विलिब्रियम दे उत्ते होएगा। तो इहदे लई तुहानूं ये 3 कंडीशनस देख लो एक बारी। देखो ये हो गया MUX अगर तुहाडा ग्रेटर दैन PX है, MUX अगर ग्रेटर दैन PX है। देखो पहले वाले केस दे विच 1 यूनिट खरीदे उन्हें एप्पल की मान लेंगे तो उन्होंने कितनी यूटिलिटी मिली, उन्होंने मिली 10 की। प्राइस कितना है, ये MUX हो गया, MUX इज़ ग्रेटर दैन PX, क्योंकि MUX कितना है 10, ए ग्रेटर दैन है 4 रुपये तो हजे भी वो होर बाय करेगा। ठीक है, जब तक वो मार्जिनल यूटिलिटी ऑफ X
प्राइस ऑफ एक्स मतलब उस कॉमोडिटी के प्राइस तो ज़्यादा है तद तक वो बाय करता जाएगा। इसलिए उन्हें 10 ਤੇ ਵੀ ਬਾਏ ਕੀਤਾ, 9 ਤੇ ਵੀ ਬਾਏ ਕੀਤਾ, ਮਤਲਬ ਦੂਸਰੀ ਯੂਨਿਟ ਵੀ ਕੀਤੀ, ਤੀਸਰੀ ਵੀ ਕੀਤੀ। ਪਰ ਜਦੋਂ ਉਹਦਾ MUX ਇਕੁਅਲਸ ਟੂ ਉਹਦੇ ਪ੍ਰਾਈਸ ਆ ਜਾਏਗਾ ਤਾਂ ਉੱਥੇ ਉਹ ਰੁਕ ਜਾਏਗਾ। ਹੁਣ ਉੱਥੇ ਮੈਕਸਿਮਮ ਸੈਟਿਸਫਾਈ ਹੈ। ਜੇ ਉਹ ਉਸ ਤੋਂ ਅੱਗੇ ਬਾਏ ਕਰੇਗਾ ਤਾਂ ਉਹਦੀ ਜਿਹੜੀ ਯੂਟਿਲਿਟੀ ਹੈ ਉਹ ਘਟੇਗੀ, ਤਾਂ ਅਗਲੀ ਚੀਜ਼ 'ਤੇ ਉਹ ਬਾਏ ਨਹੀਂ ਕਰੇਗਾ। ਤਾਂ ਤਿੰਨ ਕੰਡੀਸ਼ਨਸ ਤੁਸੀਂ ਯਾਦ ਰੱਖਣੀਆਂ ਹੈ। ਐਗਜ਼ਾਮ ਦੇ ਵਿੱਚੋਂ ਡਾਇਰੈਕਟਲੀ ਇੱਥੋਂ ਕੁਐਸਚਨ ਬਣ ਸਕਦਾ ਹੈ ਕਿ ਕੰਜ਼ਿਊਮਰ ਦੱਸੋ, ਅਗਰ ਉਹਨਾਂ ਨੇ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਦੇ ਦਿੱਤਾ MUX ਗ੍ਰੇਟਰ ਦੈਨ PX, ਤਾਂ ਤੁਹਾਨੂੰ ਪੁੱਛੋਗੇ ਇਸ ਕੰਡੀਸ਼ਨ ਦੇ ਵਿੱਚ ਦੱਸੋ ਕੰਜ਼ਿਊਮਰ ਬਾਏ ਕਰੇਗਾ ਜਾਂ ਨਹੀਂ ਬਾਏ ਕਰੇਗਾ। ਤਾਂ ਤੁਸੀਂ ਯਾਦ ਰੱਖਣਾ ਹੈ ਜਦ ਤੱਕ ਉਹਦਾ MUX ਉਸ ਕੋਮੋਡਿਟੀ ਦੇ ਪ੍ਰਾਈਸ ਤੋਂ ਵੱਧ ਹੈ ਤਦ ਤੱਕ ਕੰਜ਼ਿਊਮਰ ਬਾਏ ਕਰੇਗਾ। ਜਦੋਂ ਉਹ ਇਕੁਅਲ ਆ ਗਿਆ ਤਾਂ ਉੱਥੇ ਉਹ ਰੁਕ ਜਾਏਗਾ, ਕਿਉਂਕਿ ਹੁਣ ਉੱਥੇ ਮੈਕਸਿਮਮ ਹੈ ਸੈਟਿਸਫੈਕਸ਼ਨ। ਅਤੇ ਜੇ MUX ਘਟਦਾ ਹੈ ਉਸ ਪ੍ਰਾਈਸ ਤੋਂ, ਉਸ ਕੋਮੋਡਿਟੀ ਦੇ ਪ੍ਰਾਈਸ ਤੋਂ, ਤਾਂ ਉਹ ਬਾਏ ਨਹੀਂ ਕਰੇਗਾ। ਠੀਕ ਹੈ, ਰੁਕੇਗਾ ਕਿੱਥੇ ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ, ਰੁਕੇਗਾ ਕਿੱਥੇ, ਕਿਸ ਕੰਡੀਸ਼ਨ 'ਤੇ MUX ਇਜ਼ ਇਕੁਅਲਸ ਟੂ PX। ਆਈ ਹੋਪ ਇੱਥੇ ਤੱਕ ਜਿੰਨਾ ਮੈਂ ਤੁਹਾਨੂੰ ਸਮਝਾਇਆ ਤੁਹਾਨੂੰ ਪੂਰਾ ਕਲੀਅਰ ਹੈ। ਹੁਣ ਅੱਗੇ ਦੇਖਦੇ ਹਾਂ, ਇੱਕ ਵਾਰੀ ਮੈਂ ਕੀ ਲਿਖਿਆ ਇੱਥੇ, ਹਾਊ ਮੈਨੀ ਯੂਨਿਟਸ ਆਫ ਐਕਸ ਕੰਜ਼ਿਊਮਰ ਵਿਲ ਪਰਚੇਜ਼। ਇਹੀ ਚੀਜ਼ ਅਸੀਂ ਕਿ ਕਿੰਨਾ ਬਾਏ ਕਰੇਗਾ, ਚੌਥੀ ਯੂਨਿਟ ਤੱਕ ਬਾਏ ਕਰੇਗਾ ਜਿੱਥੇ ਉਹਦਾ MUX ਇਨ ਟਰਮ ਆਫ ਰੁਪੀ ਵਾਲਾ MUX ਇਕੁਅਲ ਆ ਜਾਏਗਾ PX ਦੇ, ਉੱਥੇ ਉਹ ਰੁਕ ਜਾਏਗਾ। ਇਹੀ ਮੈਂ ਚੀਜ਼ ਡਰਾਮੈਟੀਕਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਤੁਹਾਡਾ ਹੋ ਗਿਆ ਕੋਮੋਡਿਟੀ X, ਆ ਹੋ ਗਿਆ ਤੁਹਾਡਾ ਮਾਰਜਨਲ ਯੂਟਿਲਿਟੀ ਐਂਡ ਪ੍ਰਾਈਸ। ਸਾਨੂੰ ਪਤਾ ਪ੍ਰਾਈਸ ਫਿਕਸਡ ਹੈ 4 ਰੁਪੀਜ਼, ਜਿੱਥੇ MUX ਆ ਕੇ ਉਹਨੂੰ ਕੱਟ ਕਰੇਗੀ ਜਿਸ ਪੁਆਇੰਟ 'ਤੇ, ਉਹ ਪੁਆਇੰਟ ਮੇਰਾ ਕੀ ਹੋਏਗਾ, ਪੁਆਇੰਟ ਆਫ ਇਕੁਇਲਿਬਰੀਅਮ ਹੋਏਗਾ। ਉਹੀ ਕੰਡੀਸ਼ਨ ਹੋਏਗੀ MUX ਇਜ਼ ਇਕੁਅਲਸ ਟੂ PX ਦੀ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਉਸ ਤੋਂ ਬਾਅਦ ਦੇਖੋ ਕੰਡੀਸ਼ਨਸ ਤੋਂ ਡਾਇਰੈਕਟ ਕੁਐਸਚਨ ਬਣਦੇ, ਇਸ ਲਈ ਮੈਂ ਇੱਥੇ ਸ਼ੋਰਟ ਨੋਟ ਬਣਾ ਤੇ ਕੰਡੀਸ਼ਨ ਦੇ ਕਿ ਕੰਡੀਸ਼ਨ ਕੀ ਹੈ ਸਿੰਗਲ ਗੁੱਡ ਕੋਮੋਡਿਟੀ ਕੇਸ ਦੇ ਵਿੱਚ, ਕਿ ਜਦੋਂ ਮੇਰਾ MUX ਇਨ ਟਰਮਸ ਆਫ ਰੁਪੀਜ਼, ਇਹ ਇਨ ਟਰਮਸ ਆਫ ਰੁਪੀਜ਼ ਹੈ, ਠੀਕ ਹੈ, ਇਨ ਟਰਮਸ ਆਫ ਰੁਪੀ, ਠੀਕ ਹੈ। ਤੁਸੀਂ ਇਹਨੂੰ ਯੂਟਿਲਸ, ਮਨੀ ਦੀ ਯੂਟਿਲਸ ਦੇ ਨਾਲ ਡਿਵਾਈਡ ਕਰਕੇ ਜਿਹੜੀ ਆਪਾਂ ਨਿਕਾਲੀ, ਠੀਕ ਹੈ। ਇੱਦਾਂ ਪ੍ਰੈਕਟੀਕਲ ਟੈਬੂਲਰ ਫੋਰਮ ਦੇ ਵਿੱਚ ਨਿਕਾਲਣ ਨੂੰ ਤੁਹਾਨੂੰ ਨਹੀਂ ਆਏਗਾ, ਇਹ ਸਿਰਫ ਤੁਹਾਡੀ ਅੰਡਰਸਟੈਂਡਿੰਗ ਲਈ ਕਿ ਤੁਹਾਨੂੰ ਬੇਸਿਕ ਵੀ ਤਾਂ ਕਲੀਅਰ ਹੋਣ। ਰੱਟਾ ਮਰਵਾਉਣ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਹੀ ਕੰਡੀਸ਼ਨ ਹੈ, ਬਟ ਆਹ ਕੰਡੀਸ਼ਨ ਕਿਉਂ ਹੈ ਇਹ ਤਾਂ ਪਤਾ ਹੀ ਨਹੀਂ ਹੁੰਦਾ ਬੱਚਿਆਂ ਨੂੰ। ਇਸ ਕਰਕੇ MUX ਇਜ਼ ਇਕੁਅਲਸ ਟੂ PX, ਔਰ ਇਸ ਜਦੋਂ ਇਹ ਇਕੁਅਲ ਹੋਊਗਾ ਉਦੋਂ ਜਿਹੜਾ ਮਾਰਜਨਲ ਯੂਟਿਲਿਟੀ ਆ ਉਹ ਘਟਦਾ ਹੀ ਹੋਣਾ ਚਾਹੀਦਾ। ਤਾਂ ਆਪਾਂ ਦੇਖਿਆ ਹੀ ਹੈ ਕਿ ਜਿੱਦਾਂ ਆਪਾਂ ਇੱਕ ਕੋਮੋਡਿਟੀ ਨੂੰ ਬਾਏ ਕਰਦੇ ਜਾਵਾਂਗੇ ਉੱਦਾਂ ਮਾਰਜਨਲ ਯੂਟਿਲਿਟੀ ਹੈ ਮੇਰੀ ਘਟਦੀ ਜਾਊਗੀ। ਹੁਣ ਆ ਜਾਓ ਅਲਟਰਨੇਟਿਵ ਕੰਡੀਸ਼ਨ 'ਤੇ। ਇਸ ਸਿੰਗਲ ਕੋਮੋਡਿਟੀ ਦੇ ਕੇਸ ਦੇ ਵਿੱਚ ਜਿਹੜਾ ਕੰਜ਼ਿਊਮਰ ਇਕੁਇਲਿਬਰੀਅਮ ਹੈ ਨਾ, ਉਹ ਦੋ ਤਰੀਕਿਆਂ ਦੇ ਨਾਲ ਨਿਕਲ ਸਕਦਾ ਹੈ। ਇੱਕ ਤਾਂ ਕੰਡੀਸ਼ਨ ਆ ਹੋਗੀ ਜੋ ਮੈਂ ਪਹਿਲਾਂ ਤੁਹਾਨੂੰ ਦੱਸੀ, ਇੱਕ ਕੰਡੀਸ਼ਨ ਆਪਣੀ ਆ ਵੀ ਹੁੰਦੀ ਹੈ MUX ਓਵਰ PX ਜਦੋਂ ਉਹ ਮਾਰਜਨਲ ਯੂਟਿਲਿਟੀ ਆਫ ਮਨੀ ਦੇ ਇਕੁਅਲ ਹੋਏਗਾ, ਠੀਕ ਹੈ। ਇੱਦਾਂ ਵੀ ਨਿਕਲਦੀ ਹੈ ਇਹ ਜਿਹੜਾ ਦੂਸਰਾ ਮੈਥਡ ਹੈ ਉਹ ਜ਼ਿਆਦਾ ਡਿਟੇਲ ਵਰਜ਼ਨ ਹੈ ਔਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਜ਼ਿਊਮਰ ਇਕੁਇਲਿਬਰੀਅਮ ਨੂੰ ਐਕਸਪਲੇਨ ਕਰਦਾ ਹੈ। ਸੈਕਿੰਡ ਮੈਥਡ ਕੀ ਹੈ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ, MUX ਓਵਰ PX ਔਰ ਇੱਥੇ MUX ਨਹੀਂ ਆਉਣਾ, MUM ਆਉਣਾ, ਠੀਕ ਹੈ। ਅਤੇ ਆਹ ਜਿਹੜਾ ਹੈ ਇਹ ਕੀ ਹੈ, ਇਹ ਰੁਪੀ ਵਰਥ ਹੈ, ਸੈਟਿਸਫੈਕਸ਼ਨ ਹੈ ਕੰਜ਼ਿਊਮਰ ਨੂੰ ਜੋ ਐਕਚੁਅਲੀ ਉਹਨੂੰ ਮਿਲ ਰਹੀ ਹੈ। ਮਤਲਬ ਪੈਸਾ ਜਿੰਨਾ ਉਹ ਖਰਚ ਕਰ ਰਿਹਾ ਉਸ ਪੈਸੇ ਤੋਂ ਜੋ ਐਕਚੁਅਲੀ ਉਹਨੂੰ ਸੈਟਿਸਫੈਕਸ਼ਨ ਮਿਲ ਰਹੀ ਹੈ ਉਹ ਆਹ ਵਾਲੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਠੀਕ ਹੈ। ਕੰਜ਼ਿਊਮਰ ਨੂੰ ਇੱਥੇ ਮੈਂ ਲਿਖਿਆ ਤੁਹਾਡੀ ਅੰਡਰਸਟੈਂਡਿੰਗ ਲਈ, ਕੰਜ਼ਿਊਮਰ ਨੂੰ ਕਿਸੇ ਚੀਜ਼ ਤੋਂ ਖਰੀਦ ਕੇ ਜੋ ਅਸਲ ਦੇ ਵਿੱਚ ਸੈਟਿਸਫੈਕਸ਼ਨ ਉਸਨੂੰ ਰੁਪੀਸ ਦੇ ਵਿੱਚ ਦਿਖਾਇਆ ਜਾਂਦਾ ਉਦੋਂ ਆਪਾਂ ਉਹਨੂੰ ਇੱਦਾਂ ਲਿਖਦੇ ਹਾਂ, ਠੀਕ ਹੈ। ਅਤੇ ਆਹ ਮਾਰਜਨਲ ਯੂਟਿਲਿਟੀ ਆਫ ਮਨੀ ਹੈ, ਰੁਪੀ ਵਰਥ ਸੈਟਿਸਫੈਕਸ਼ਨ ਹੈ ਕਿ 1 ਰੁਪਇਆ ਖਰਚ ਕੇ ਉਹਨੂੰ ਕਿੰਨੀ ਮਾਰਜਨਲ ਯੂਟਿਲਿਟੀ ਮਿਲੀ, ਠੀਕ ਹੈ। ਕਿ ਉਹ ਐਕਸਪੈਕਟ ਕਰ ਰਿਹਾ ਇਹ ਚੀਜ਼, ਉਹ ਐਕਸਪੈਕਟ ਕਰ ਰਿਹਾ ਇਹ ਉਹਨੂੰ ਐਕਚੁਅਲ ਦੇ ਵਿੱਚ ਮਿਲ ਰਹੀ ਹੈ ਖਰਚ ਕਰਕੇ, ਠੀਕ ਹੈ। ਨੈਕਸਟ ਆ ਜਾਓ, ਹੁਣ ਕੁਐਸਚਨ ਦੇਖੋ ਕਿ ਉਹੀ ਸੇਮ ਚੀਜ਼ਾਂ, ਪ੍ਰਾਈਜ਼ ਆਪਾਂ ਲੈ ਲੈਂਦੇ ਹਾਂ 4, MUM ਸਾਨੂੰ ਪਤਾ ਕਿੰਨਾ 2 ਯੂਟਿਲਸ, ਤਾਂ ਆਪਾਂ ਇਹ ਦੇਖਣਾ ਕੰਜ਼ਿਊਮਰ ਇਕੁਇਲਿਬਰੀਅਮ ਕਿੱਥੇ ਆਏਗਾ। ਉਹੀ ਸੇਮ ਸਕੈਡਿਊਲ ਲਵਾਂਗੇ, MUX ਓਵਰ PX ਕਰਾਂਗੇ ਇਕੁਅਲਸ ਟੂ MUM ਕਰਾਂਗੇ, MUM ਮਤਲਬ ਮਾਰਜਨਲ ਯੂਟਿਲਿਟੀ ਆਫ ਮਨੀ, ਤਾਂ ਵੈਲਿਊਜ਼ ਨੂੰ ਸਬਸਟੀਟਿਊਟ ਕਰੋ, PX ਦੀ ਜਗ੍ਹਾ PX ਭਰੋ, MUM ਦੀ ਜਗ੍ਹਾ MUM ਭਰੋ। ਹੁਣ ਦੇਖੋ ਅਗਰ ਮੈਂ ਕੰਡੀਸ਼ਨ ਹੈ ਸਾਡੀ MUX ਓਵਰ PX ਇਜ਼ ਇਕੁਅਲਸ ਟੂ MUM, ਠੀਕ ਹੈ। ਹੁਣ PX ਦੀ ਜਗ੍ਹਾ 'ਤੇ ਮੈਂ ਭਰਨਾ ਹੈ ਪ੍ਰਾਈਜ਼,
MUX इदा ही रह जाएगा, PX की जगह पर 4 आ जाएगा, इतने इक्वल्स टू च मनी आ जाएगा और ये चीज़ उधर जाके मल्टीप्लाई हो जाएगी 8। कहते कंज्यूमर इक्विलिब्रियम उत्थे मिलेगा जिथे मार्जिनल यूटिलिटी 8 है। हुण अगर मैं दोबारा तुहानूं उसी चीज़ के उत्ते लैके जावां टैबूलर फॉर्म के उत्ते, तां आ देखो जिथे मार्जिनल यूटिलिटी 8 है, तो देखो मार्जिनल यूटिलिटी 8 कितने है, 4th यूनिट ते, तो इत्थे उन्होंने मैक्सीमम सैटिस्फैक्शन मिलेगी, इत्थे हो कंज्यूमर इक्विलिब्रियम की स्टेट दे विच होएगा। आई होप तुहानूं दोनों मैथड पता चल गए हैं। हुण जिहड़ा सैकेंड मैथड है ना, इत्थों न्यूमैरिकल क्वेश्चनस किद्दां बनूगे, तुहानूं MUX भी दे सकते हैं, मतलब तिन्ना वैल्यूज़ के विचों कोई 2 वैल्यूज़ दे के एक वैल्यू कड्ढण नूं कहोगे। जिद्दां हुण आपां MUX कढ लई है ना, हुण तुहानूं कह सकते हैं कि मान लो तुहानूं प्राइस नहीं गिवन, तुहानूं MUX गिवन है 8, MUX गिवन है 8, कहोगे प्राइस ऑफ कॉमोडिटी कढ़ के दिखाओ, की कढ़ के दिखाओ प्राइस ऑफ कॉमोडिटी। तो तुहानूं कंडीशन याद रखनी है MUX ओवर PX इज़ इक्वल्स टू मार्जिनल यूटिलिटी ऑफ मनी। MUX कितना है 8, सबसीट्यूट कर दो वैल्यूज़, PX आपां निकालना है, तो मार्जिनल यूटिलिटी ऑफ मनी कितना है 2। जो इनू तुसी करोगे तो 8 इत्थे ही रहूगा, 2 इंटू PX हो जाएगा, ठीक है, 2 इंटू PX हो जाएगा, 2 इधर मल्टीप्लाई जाए इधर आके डिवाइड हो जाएगा, PX इत्थे ही रहेगा, तो वैल्यू कितनी आएगी 4 रुपीज़ प्राइस आएगा कॉमोडिटी X का। तो किसी भी तरीके दे नाल कोई भी तुहानूं 2 वैल्यूज़ दे के एक वैल्यू नूं निकालण नूं कह सकते हो, उहदे लई तुहानूं कंडीशन याद होनी चाहिए। आई होप तुहानूं ये सारी चीज़ां क्लीयर है। उस तो बाद ये क्वेश्चन लिखिया सी मैं बस, बट ये थ्रैटिकल क्वेश्चन है, मतलब ये तुहानूं दसना है कि वो बाय करेगा या नहीं बाय करेगा। बट यही चीज़ जो मैं ऊपर एग्जाम्पल हुणे रीसेंट दिता तुहानूं कि PX निकालो, इस चीज़ दे विच भी आ सकता है, ठीक है। हुण इत्थे क्वेश्चन आपां एक बारी देख लैंदे आ। आइसक्रीम सैलर है, सॉरी आइसक्रीम सैल होंदी है ₹20 दे विच। प्रिया जिन्हों आइसक्रीम पसंद है वो ऑलरेडी 4 यूनिट कंज्यूम कर चुकी है, कंज्यूम 4, वो मार्जिनल यूटिलिटी 1 रुपये की कितनी है 4। शुड शी कंज्यूम मोर आइसक्रीम और स्टॉप कंजम्पशन, कि वो ज़्यादा खरीदेगी या हुण वो बंद कर देगी, ठीक है। ये थ्रैटिकल क्वेश्चन है, पर तुहानूं इदां भी आ सकता है, बस तुसीं वैल्यूज़ नूं सबसीट्यूट करोगे तो जो MUX उहदा 80 आएगा उदों वो बंद कर देगी, उस तो बाद नहीं खरीदेगी वो, ठीक है। तो ये चीज़ जो आई इस क्वेश्चन दे विच जो आई, ये रिक्वायर्ड MU है, मतलब इन्ना चाहिए है। जब अगर वह इन्ना आ जाता है तो वो रुक जाएगी, अगर इन्ना हजे नहीं आया तो हजे वो बाय करती रहेगी। तो मैं तुहानूं दस दिता कि ये तुहानूं प्राइस ऑफ कॉमोडिटी भी कड्ढण नूं कहा जा सकता है, मार्जिनल यूटिलिटी ऑफ मनी भी कड्ढण नूं कहा जा सकता है। हुण अगर आपां दूसरा एग्जाम्पल लै लैंदे आं आपां इत्थे कि सानूं पता है मार्जिनल यूटिलिटी ऑफ मनी 4 है। अगर मैं इस एग्जाम्पल नूं चेंज करा, ये वाले एग्जाम्पल नूं, तो मैं इत्थे चेंज कर दिंदी हाँ, आपां मार्जिनल यूटिलिटी ऑफ कॉमोडिटी X लै लैंदे 80, तो MUM नूं आपां ਮੰਨਦੇ ਹਾਂ भी वो सानू नहीं दिती, MUM निकालो। तो तुहानूं इस तरीके नाल आएगा, कंडीशन याद है, सबसीट्यूट करो, MUX 80 PX 20 इज इक्वल्स टू MUM आ जाएगा। तो कितना आएगा थोड़े को 4, तो 4 यूटिल्स थोड़े को आएगा मार्जिनल यूटिलिटी ऑफ मनी। तो इस तरीके नाल तुहानूं प्रैक्टिकल क्वेश्चन आ सकता है जो मैं तुहानूं समझा दिता है। सो ये कंडीशन एक बार देख लेना, वही कि जो रिक्वायर्ड वाला है मार्जिनल यूटिलिटी, अगर वो घट है एक्चुअल वाली मार्जिनल यूटिलिटी तो उदों तक वो बाय करता रहेगा। वही इन टर्म्स ऑफ प्राइस जो मैं तुहानूं पिछे 3 कंडीशन दसियां सेम ही है, अगर तुसीं इहनूं नोट करना चाहो तो कर लो। सो ये सी अज दी अपनी क्लास, जिहदे विच आपां सिंगल कॉमोडिटी वाला केस बहुत वधिया तरीके दे नाल प्रैक्टिकल टच दे नाल सारा आपां समझ लिता है, तो क्वेश्चन किस तरह के बनूगे ये भी मैं तुहानूं नाल दस दिता। नैक्सट क्लास दे विच आपां करांगे डबल कॉमोडिटी वाला केस, उहदी कंडीशन किद्दां हुंदी है, तो उहदे विच आपां इक्विलिब्रियम स्टेट किद्दां निकालांगे। सो तो ये कल लास्ट क्लास होएगी इस चैप्टर की, उस बाद ये चैप्टर वाइंड अप। ये नाल आपां एक MCQ क्लास भी करांगे इसी चैप्टर की, कि किस तरीके दे नाल तुहानूं क्वेश्चनस पूछे जा सकते हैं। सो आई होप तुहानूं क्लास वधिया लगी होए, जे तुहानूं क्लास वधिया लगी होए ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਤੁਸੀਂ ਲਾਈਕ ਨਹੀਂ ਕਰਦੇ ਵੀਡੀਓਜ਼ ਨੂੰ, ਤੁਹਾਡੇ ਲਈ ਇੰਨੀ ਮਿਹਨਤ ਕੀਤੀ ਜਾ ਰਹੀ ਹੈ ਤਾਂ ਥੋੜ੍ਹਾ ਜਿਹਾ ਐਪਰੀਸੀਏਸ਼ਨ ਵੀ ਬਣਦਾ ਹੈ। ਪਲੀਜ਼ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ, ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ। ਉਹਦੇ ਨਾਲ ਨਾਲ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫੋਰ ਰੈਗੂਲਰ ਅਪਡੇਟਸ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।